ਸਤਿ ਸ਼੍ਰੀ ਅਕਾਲ। PNC ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। 2 ਯੂਰਪੀ ਲੋਕ ਸਭਾ ਮੈਂਬਰਾਂ ਨੇ ਜਸਟਿਨ ਟਰੂਡੋ ਦੇ ਉੱਤੇ ਲਗਾਏ ਕਈ ਇਲਜ਼ਾਮ। ਲੋਕਤੰਤਰਤਾ ਦਾ ਘਾਣ ਕਰਨ ਦਾ ਦਾਅਵਾ। ਓਟਾਵਾ ਵਿੱਚ ਹੋਏ ਪ੍ਰਦਰਸ਼ਨਾਂ ਦਾ ਮਾਮਲਾ। ਸਰੀ ਵਿੱਚ ਗੋਲੀ ਚੱਲਣ ਦਾ ਮਾਮਲਾ। ਦੱਸਾਂਗੇ ਪੁਲਿਸ ਨੇ ਕੀ ਦੱਸੀ ਹੈ ਜਾਣਕਾਰੀ। ਓਨਟਾਰੀਓ ਵਿੱਚ ਜਾਣੋ ਕਦੋਂ ਤੱਕ $20 ਤੱਕ ਘੱਟੋ ਘੱਟ 1 ਘੰਟੇ ਦੀ ਤਨਖਾਹ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਕੋਵਿਡ-19 ਦੇ ਟੀਕੇ ਲਗਵਾਏ ਬਿਨਾਂ ਸਰਟੀਫਿਕੇਟ ਦੇਣ ਸੰਬੰਧੀ ਇਲਜ਼ਾਮ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਸ਼ਹਿਰ ਦੀ ਫਾਰਮੇਸੀ ਦੇ ਉੱਤੇ ਕਾਰਵਾਈ। ਮਿਸੀਸਾਗਾ ਵਿੱਚ ਕਤਲ ਦਾ ਮਾਮਲਾ। ਪੁਲਿਸ ਨੇ ਮ੍ਰਿਤਕ ਦੀ ਪਛਾਣ ਦੱਸੀ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਨਵੇਂ ਆਉਣ ਵਾਲਿਆਂ ਦੇ ਲਈ ਬਣੀ ਸੰਸਥਾ ਦੇ ਸਮਾਗਮ 'ਚ ਲਿਆ ਭਾਗ। ਦੱਸਾਂਗੇ ਸਿਸਟੈਮਿਕ ਰੇਸਿਜ਼ਮ ਦੇ ਬਾਰੇ ਕੀ ਕੁਝ ਕਿਹਾ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਇਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬ੍ਰਸਲਸ ਵਿੱਚ ਨੇ, ਜਿੱਥੇ ਕਿ ਨਾਟੋ ਨੇ ਜੋ ਐਮਰਜੈਂਸੀ ਬੈਠਕ ਬੁਲਾਈ ਉਸ ਦੇ ਵਾਸਤੇ ਗਏ ਨੇ। ਤੇ ਉੱਥੇ ਜਦੋਂ ਲੋਕਤੰਤਰਤਾ ਦੇ ਬਾਰੇ ਤੇ ਨਾਲ ਹੀ ਆਪਣੇ ਸਟੈਂਡ ਸਪਸ਼ਟ ਕਰਨ ਨੂੰ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਉਸ ਤੋਂ ਕੁਝ ਦੇਰ ਬਾਅਦ ਹੀ 2 ਯੂਰਪੀ ਲੋਕ ਸਭਾ ਮੈਂਬਰਾਂ ਦੇ ਵੱਲੋਂ ਇੱਕ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਸਵਾਲ ਕੀਤੇ ਗਏ, ਜਿਸ ਦੇ ਵਿੱਚ ਕਾਫੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਤੇ ਜਸਟਿਨ ਟਰੂਡੋ ਦੇ ਉੱਤੇ ਇਲਜ਼ਾਮ ਲਾਏ ਗਏ ਕਿ ਲੋਕਤੰਤਰਤਾ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਜੋ ਓਟਾਵਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਨਾਲ ਸਰਕਾਰ ਨੇ ਵਤੀਰਾ ਕੀਤਾ, ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਵਤੀਰਾ ਕੀਤਾ ਗਿਆ, ਫਰੀडम ਕਨਵੋਏ ਦਾ ਜ਼ਿਕਰ ਕੀਤਾ ਗਿਆ, ਜਿੱਥੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜੋ ਲੋਕਤੰਤਰਤਾ ਦੇ ਦਾਅਵੇ ਕੀਤੇ ਜਾਂਦੇ ਨੇ ਉਸ ਨੂੰ ਝੂਠਾ ਦੱਸਦੇ ਹੋਏ ਇਸ ਸੰਬੰਧੀ ਇਲਜ਼ਾਮ ਲਾਏ ਗਏ ਨੇ। ਇਸ ਦੇ ਨਾਲ ਹੀ ਕੈਂਪੀ ਦੇ ਵੱਲੋਂ ਤਾਂ ਇਸ ਮੌਕੇ ਵੀ ਜ਼ਿਕਰ ਕੀਤਾ ਗਿਆ ਕਿ ਕੋਵਿਡ-19 ਦੇ ਟੀਕਿਆਂ ਨੂੰ ਲਾਜ਼ਮੀ ਕਰਨਾ ਇੱਕ ਤਰ੍ਹਾਂ ਨਾਲ ਕੁਝ ਇਸ ਤਰ੍ਹਾਂ ਹੈ ਜਿਵੇਂ ਮੌਤ ਦੀ ਸਜ਼ਾ ਦੇਣਾ, ਕਿਉਂਕਿ ਅਮਰੀਕਾ ਦੇ ਵਿੱਚੋਂ ਕੁਝ ਅੰਕੜੇ ਸਾਹਮਣੇ ਆਏ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ 13,434 ਜਣੇ ਅਜਿਹੇ ਨੇ ਜਿਨ੍ਹਾਂ ਦੇ ਕੋਵਿਡ-19 ਦੇ ਟੀਕੇ ਲੱਗੇ ਹੋਣ ਤੋਂ ਬਾਅਦ ਜਾਨ ਚਲੀ ਗਈ, ਜਿਸ ਦੇ ਵਿੱਚ ਇਹ ਤਾਂ ਸਪਸ਼ਟ ਨਹੀਂ ਕੀਤਾ ਗਿਆ ਇਹਨਾਂ ਅੰਕੜਿਆਂ ਦੇ ਵਿੱਚ ਕਿ ਆਖਿਰ ਉਹਨਾਂ ਟੀਕਿਆਂ ਦੇ ਲੱਗਣ ਤੋਂ ਬਾਅਦ ਕਿਸੇ ਹੋਰ ਕਾਰਨ ਕਰਕੇ ਜਾਨ ਗਈ ਹੈ ਜਾਂ ਫਿਰ ਟੀਕਿਆਂ ਕਰਕੇ ਹੀ। ਪਰ ਇਹ ਅੰਕੜੇ ਸਾਹਮਣੇ ਜ਼ਰੂਰ ਆਏ ਨੇ ਕਿ 13,000 ਤੋਂ ਵੱਧ ਜਣੇ ਅਜਿਹੇ ਸਨ ਜਿਨ੍ਹਾਂ ਦੇ ਕੋਵਿਡ-19 ਦੇ ਟੀਕੇ ਲੱਗੇ ਹੋਏ ਸੀ ਤੇ ਉਹਨਾਂ ਦੀ ਬਾਅਦ ਵਿੱਚ ਜਾਨ ਗਈ ਹੈ ਕਿਸੇ ਨਾ ਕਿਸੇ ਕਾਰਨ ਕਰਕੇ। ਤੇ ਇਸ ਦੇ ਨਾਲ ਹੀ ਜੋ ਇਸ ਮੌਕੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਸਵਾਲ ਉੱਠੇ ਨੇ ਤੇ ਦੁਨੀਆ ਭਰ ਦੇ ਵਿੱਚ ਇਸ ਸੰਬੰਧੀ ਇੱਕ ਚਰਚਾ ਛਿੜ ਗਈ ਹੈ। ਤੇ ਇਸ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਕੀ ਪ੍ਰਤੀਕਰਮ ਹੋਵੇਗਾ ਕਿ ਅੱਗੇ ਹੋਰ ਕੀ ਅਪਡੇਟਸ ਹੋਣਗੀਆਂ ਉਸ ਦੇ ਬਾਰੇ ਅਸੀਂ ਤੁਹਾਨੂੰ ਅੱਗੇ ਨਾਲ ਦੀ ਨਾਲ ਦੱਸਾਂਗੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਦੇ ਹਾਂ। ਸਰੀ ਦੇ ਵਿੱਚ ਜੋ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਬਾਰੇ ਦੱਸਦੇ ਹਾਂ। ਸਰੀ ਸੈਂਟਰ ਖੇਤਰ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜੋ ਕਿ ਨਿਸ਼ਾਨਾ ਧਾਰ ਕੇ ਗੋਲੀ ਚਲਾਈ ਗਈ ਹੈ। ਸਰੀ RCMP ਨੇ ਇਸ ਦੇ ਬਾਰੇ ਦੱਸਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ 11:30 ਵਜੇ ਦਾ ਸਮਾਂ ਸੀ ਜਦੋਂ ਗੋਲੀਆਂ ਚੱਲੀਆਂ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਗੋਲੀ ਚੱਲਣ ਦੇ ਸਬੂਤ ਜੋ ਮਿਲੇ ਨੇ ਉਹ ਸਰੀ ਸੈਂਟਰਲ ਸਕਾਈਟ੍ਰੇਨ ਸਟੇਸ਼ਨ ਦੇ ਨੇੜੇ ਤੋਂ ਮਿਲੇ ਨੇ, ਜੋ ਕਿ ਜ਼ਿਆਦਾ ਦੂਰ ਨਹੀਂ ਹੈ ਸਕਾਈਟ੍ਰੇਨ ਸਟੇਸ਼ਨ ਉੱਥੇ ਤੋਂ। ਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਜੋ ਕਿ ਹਸਪਤਾਲ ਵਿੱਚ ਪਹੁੰਚਿਆ ਜ਼ਖਮੀ ਹਾਲਤ ਵਿੱਚ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੋਅਰ ਮੇਨਲੈਂਡ ਗੈਂਗ ਹਿੰਸਾ ਦੇ ਨਾਲ ਇਸ ਗੋਲੀ ਚੱਲਣ ਦੇ ਮਾਮਲੇ ਦਾ ਸਬੰਧ ਹੈ। ਤੇ ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ, ਡੈਸ਼ ਕੈਮ ਫੁਟੇਜ ਕਿਸੇ ਕੋਲ ਹੋਵੇ ਤਾਂ ਸਰੀ RCMP ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਜਾਣਕਾਰੀ ਜੋ ਓਨਟਾਰੀਓ ਦੇ ਵਿੱਚ ਘੱਟੋ ਘੱਟ ਤਨਖਾਹ ਦੇ ਵਿੱਚ ਵਾਧਾ ਕੀਤੇ ਜਾਣ ਦੇ ਬਾਰੇ NDP ਤੋਂ ਬਾਅਦ ਹੁਣ ਲਿਬਰਲਸ ਦੇ ਵੱਲੋਂ ਵਾਧਾ ਕੀਤਾ ਗਿਆ ਤੇ ਚੋਣ ਪ੍ਰਚਾਰ ਕੀਤਾ ਜਾਣ ਲੱਗਿਆ। ਓਨਟਾਰੀਓ ਵਿੱਚ ਜੂਨ ਮਹੀਨੇ ਚੋਣਾਂ ਹੋਣ ਵਾਲੀਆਂ ਨੇ। ਸੂਬਾਈ ਚੋਣਾਂ ਇਹ ਹੋਣੀਆਂ ਨੇ, ਜਿਸ ਦੇ ਵਾਸਤੇ ਓਨਟਾਰੀਓ ਤੋਂ ਲਿਬਰਲ ਪਾਰਟੀ ਦੇ ਵੱਲੋਂ ਇੱਕ ਵੱਡਾ ਵਾਅਦਾ ਪਹਿਲਾਂ ਤੋਂ ਕਰ ਦਿੱਤਾ ਗਿਆ ਹੈ। ਲਿਬਰਲ ਪਾਰਟੀ ਦੇ ਵੱਲੋਂ ਲੀਡਰ ਸਟੀਵਨ ਡੈਲ ਡੋਕਾ ਨੇ ਵਾਅਦਾ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਸੂਬੇ ਵਿੱਚ ਘੱਟੋ ਘੱਟ ਤਨਖਾਹ $16 ਤੱਕ ਲੈ ਜਾਣਗੇ 1 ਘੰਟੇ ਦੇ ਹਿਸਾਬ ਨਾਲ। ਤੇ ਇਸ ਦੇ ਨਾਲ ਹੀ ਰੈਂਡ ਦੇ ਵਿੱਚ ਜੋ ਹੋਰ ਵਿੱਤੀ ਪੱਧਰ ਦੇ ਉੱਤੇ ਸਹਾਇਤਾ ਹੈ ਇਸ ਸੰਬੰਧੀ ਐਲਾਨ ਕੀਤੇ ਜਾਣਗੇ ਤੇ ਵਪਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਨੂੰ ਲਾਗੂ ਕਰਨ ਦੇ ਵਾਸਤੇ ਜੋ 10 ਦਿਨ ਦੇ ਲਈ ਪੇਡ ਸਿਕ ਲੀਵ ਦਾ ਐਲਾਨ ਕੀਤਾ ਗਿਆ। ਜੂਨ ਮਹੀਨੇ ਵਿੱਚ ਜੇਕਰ ਉਹ ਇਹਨਾਂ ਚੋਣਾਂ 'ਚ ਜਿੱਤਦੇ ਨੇ ਤਾਂ ਇਹ ਵਾਅਦੇ ਪੂਰੇ ਕੀਤੇ ਜਾਣਗੇ, ਜਿਸ ਦੇ ਬਾਰੇ ਲਿਬਰਲ ਲੀਡਰ ਨੇ ਐਲਾਨ ਕੀਤਾ। ਪਹਿਲੀ ਵਾਰ ਇਹ ਚੋਣ ਪ੍ਰਚਾਰ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਕਾਫੀ ਗਿਣਤੀ ਵਿੱਚ ਪਾਰਟੀ ਦੇ ਵੱਲੋਂ ਮੈਂਬਰ ਮੌਜੂਦ ਸਨ ਤੇ ਵੱਡੇ ਐਲਾਨ ਕੀਤੇ ਗਏ ਨੇ। ਲਿਬਰਲਸ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਉਸ ਮੁਤਾਬਕ ਘੱਟੋ ਘੱਟ ਤਨਖਾਹ ਜਿਵੇਂ ਕਿ ਪ੍ਰਤੀ ਘੰਟੇ ਦੇ ਹਿਸਾਬ ਨਾਲ $15 ਹੈ ਤਾਂ ਉਸ ਨੂੰ 16 ਤੱਕ ਲਿਜਾਇਆ ਜਾਵੇਗਾ। ਜਨਵਰੀ 1, 2023 ਤੋਂ ਇਹ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦੇ ਬਾਰੇ ਲਿਬਰਲ ਲੀਡਰ ਦੇ ਵੱਲੋਂ ਇਹ ਕਿਹਾ ਗਿਆ।
इस तो पहला एनडीपी पार्टी वादा कर चुकी है कि 1 अक्तूबर तो घट्टो घट्ट तनख्वाह $16 तक कर दी जाएगी ते 2026 तक घट्टो घट्ट तनख्वाह $20 तक कर दी जाएगी। तो उधर मिसीसागा तो एक कतल का मामला सामने आया जिस विच पुलिस ने सहयोग की मांग की है ते मृतक की पछाण नूं जनतक किया गया है। मिसीसागा विच एक कतल का मामला सामने आया है। पुलिस अधिकारियों का कहना है कि शुक्रवार मार्च 26 2022 नूं रात के 8:30 बजे तो बाद का समा सी जदों एक व्यक्ति गंभीर हालत विच आप हस्पताल पहुंचा। हस्पताल विच पहुंच के उसने दम तोड़ दिता ते इस मौके मृतक की पछाण 30 साला न्यू मार्केट के रहने वाले उमर सिमसन वजों हुई है, जिस बारे पुलिस ने दस्सिया कि वो इस मौके जांच कर रहे ने सनी हिल ड्राइव ते फील्डगेट ड्राइव खेतर विच मिसीसागा दे अंदर जो कि कतल का मामला है ते इस मौके हजे किसी शक्की व्यक्ति के बारे जानकारी साझी नहीं की गई है, जिस बारे मन्निया जा रहा है कि निशाना धार के इस व्यक्ति के उत्ते हमला किया गया हो सकता है। इस बारे जेकर किसी भी कोई जानकारी होवे जां डैश कैम फुटेज किसी कोल होवे तां तुरंत पुलिस दे नाल संपर्क किया जा सकता है। 905 453 2121 दे उत्ते अगे एक्सटेंशन 3205 की वरतों की जा सकती है। पील पुलिस ने इस मामले की सारी जानकारी साझी की है, जिसके उत्ते अगे होर अपडेट उन्हां दे वल्लों दित्ती भी जाएगी। कोविड-19 के टीके लगवाए बिना टीके लगे होने का सबूत बनाने के इल्जाम लगे ने, जिस संबंधी जांच खोल दी गई है। ब्रिटिश कोलंबिया के लोअर मेनलैंड खेतर दे विचों यह मामला सामने आया है। लोअर मेनलैंड खेतर विच एक मामला सामने आया है जिथे कि एक फार्मेसी दे विच कोविड-19 के टीके लगवाए बिना वैक्सीन सर्टिफिकेट दिते जाने के इल्जाम लगे ने। बर्नबी का यह मामला है जिस दे बारे सेहत मंत्री एड्रियन डिक्स ने भी बयान जारी किया है ते नाल ही सरकार दे जो कोविड-19 के टीके लगाउण दा प्रोग्राम है उस दे विचों भी उस फार्मेसी नूं बाहर कर दिता गया है। इस दे नाल ही जो फार्माकेयर दा बिल है उस दे विचों भी उसनूं बाहर कर दिता गया है। कार्रवाई की जा रही है पर नाल ही जांच भी की जा रही है, जिस दे विच हजे तक साबित नहीं होया पर इल्जाम लगे ने जिसनूं लैके जांच खोल दी गई है। ते अधिकारियों का कहना है कि जेकर कोई दोषी पाया जाता है तो उसनूं काफी गंभीर रूप विच इसका भुगतान करना पै सकता है, क्योंकि वह इसनूं काफी गंभीर मुद्दे वजों लै रहे ने कि किसी नूं कोविड-19 के टीके लगवाए बिना इसका सर्टिफिकेट दिता जाना। दरअसल अधिकारियों का कहना है कि उन्होंने शक उदों पिया जदों कई लोग 100 किलोमीटर तो भी वध दी दूरी तो सफर तय करके इस फार्मेसी विच टीके लगवाउण आ रहे सन, जिस तो बाद अधिकारियों का ध्यान इस दे उत्ते आया। उन्हां दा कहना है कि राह विच 50 होर फार्मेसीज आउंदियां ने, ओह उत्थे टीके क्यों नहीं सी लगवा रहे, जिस तो बाद शक भी पिया ते जांच खोल दी गई है। बीसी फार्मेसी एसोसीएशन का भी इस दे उत्ते बयान आया है जिस दे विच कहा गया है कि सरकार वालों की जा रही जांच नूं ओह अपने वालों पूरा सहयोग देणगे। इत्थे जिक्रयोग है कि ब्रिटिश कोलंबिया विच हो सकदा है 8 अप्रैल तो कोविड-19 के टीके लगे होने का सबूत हर थां जो देखा जाता इस हदायत नूं खत्म कर दिता जावे, पर फिलहाल रेस्टोरेंट्स ते होर सरकारी सहूलतां ने जो जिन्हां वास्ते कोविड-19 के टीके लगे होने का सबूत जरूर देखा जा रहा है जनतक थावां दे उत्ते। अगे जानकारी जो पील पुलिस ने कई गिरफ्तारियां कीतियां ने ते कई मामले दर्ज कीते ने लुੱਟ दे मामलिਆਂ ਨੂੰ ਲੈ ਕੇ। मिसीसागा ते आले दुआले दे खेतर विच कई थावां दे उत्ते लुੱਟ दे मामले लगातार सामने आ रहे सन, जिस तो बाद फरवरी महीने पील रीजनल पुलिस ने इस दे उत्ते जांच शुरू कीती सी ते हुण 9 गिरफ्तारियां कीतियां गईयां ने ते 60 मामले दर्ज किए गए ने, जिस दे विच दस्सिया गया कि घरां दे विच भी यह मामले सामने आए ते नाल ही वपारां तो भी। दरअसल जो वपार ने उत्थे उन्हां कामिਆਂ ਨੂੰ शिकार बनाया ਜਾਂਦਾ ਸੀ जो कि कैश एक थां तो दूजी थां ਦੇ ਉੱਤੇ ਲੈ ਕੇ ਜਾਂਦੇ ਸਨ ਤੇ ਉਹਨਾਂ ਕਾਮਿਆਂ ਦੀ ਲੁੱਟ ਕਰ ਲਈ ਜਾਂਦੀ ਸੀ ਤੇ 9 ਜਣੇ ਫਿਲਹਾਲ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ, ਜਿਸ ਦੇ ਵਿੱਚ 17 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਨੌਜਵਾਨ ਸ਼ਾਮਲ ਨੇ ਜਿਨ੍ਹਾਂ ਦੀਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਤੇ ਉਹਨਾਂ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹ ਕਰੀਬ 1 ਮਹੀਨੇ ਤੋਂ ਮਾਮਲੇ ਦੀ ਜਾਂਚ ਕਰ ਰਹੇ ਸਨ, ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਮਾਮਲਾ ਹਜੇ ਖਤਮ ਨਹੀਂ ਹੋਇਆ। ਇਸ ਦੇ ਉੱਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ, ਹੋ ਸਕਦਾ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਜਾਣ ਤੇ ਇਸ ਦੇ ਨਾਲ ਹੀ ਇਸ ਦੇ ਉੱਤੇ ਅੱਗੇ ਜੇਕਰ ਕੋਈ ਹੋਰ ਅਪਡੇਟ ਆਵੇਗੀ ਤਾਂ ਪੁਲਿਸ ਦੇ ਵੱਲੋਂ ਦੱਸਿਆ ਜਾਵੇਗਾ। ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੋ ਇਹ ਕੈਸ਼ ਲੁੱਟਿਆ ਜਾਂਦਾ ਸੀ ਉਹ ਕਾਫੀ ਜ਼ਿਆਦਾ ਸੀ ਤੇ ਨਾਲ ਹੀ ਆਮ ਲੋਕਾਂ ਨੂੰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜ਼ਿਆਦਾ ਕੈਸ਼ ਨਾ ਲਿਜਾਇਆ ਜਾਵੇ ਜੇਕਰ ਲੋੜ ਨਾ ਹੋਵੇ, ਕਿਉਂਕਿ ਇਹ ਸੁਰੱਖਿਅਤ ਨਹੀਂ ਹੈ। ਇਸ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਵਾਸਤੇ ਜਦੋਂ ਕੈਸ਼ ਕਿਤੇ ਲੈ ਕੇ ਜਾਣਾ ਹੋਵੇ ਜ਼ਿਆਦਾ ਤਾਂ ਸੁਰੱਖਿਅਤ ਤਰੀਕਿਆਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਇਹ ਜੋ ਮਾਮਲੇ ਸਾਹਮਣੇ ਆਏ ਨੇ ਉਸ ਦੇ ਵਿੱਚ ਇਹ ਹੋਇਆ ਕਿ ਕਾਮੇ ਜਦੋਂ ਕੈਸ਼ ਲਿਜਾ ਰਹੇ ਸਨ ਉਸ ਸਮੇਂ ਉਹਨਾਂ ਨੂੰ ਲੁੱਟਿਆ ਗਿਆ। ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਦੇ ਹਾਂ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇੱਕ ਸਮਾਗਮ ਵਿੱਚ ਭਾਗ ਲਿਆ ਜੋ ਕਿ ਕੈਲਗਰੀ ਦੇ ਵਿੱਚ ਇੱਕ ਸੰਸਥਾ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ, ਜੋ ਕਿ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਤੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਸਹਿਯੋਗ ਪਾਉਂਦੇ ਨੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਸਿਸਟੈਮਿਕ ਰੈਸਿਜ਼ਮ ਦੀ ਗੱਲ ਹੋਈ ਕਿ ਜੋ ਨਸਲੀ ਭੇਦਭਾਵ ਹੁੰਦਾ ਹੈ ਤੇ ਇਸ ਦੇ ਵਾਸਤੇ ਕੈਨੇਡਾ ਵਿੱਚ ਕੋਈ ਵੀ ਥਾਂ ਨਹੀਂ ਹੈ। ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੇ ਉਹਨਾਂ ਨੇ ਹੁਣ ਕਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਸੁਣਾਉਂਦੇ ਹਾਂ। I am struck by is when I come to Ottawa every week and I have conversations with people who have different life experiences than I have, who come from a different country of origin, who come up from a different ethnic or racial background, the conversation changes. And I talk about things differently with different people, and we have more informed discussions, and I would like to think make better decisions. I had a conversation at a newcomer center in Alberta just during a recent visit last week, and we were having a conversation, and I raised the fact that there was an incredible spirit of entrepreneurialism with some of the refugees who've come to my community. And one of the employees said to me, she stopped me in my tracks, and she said, it's great because there is a spirit of entrepreneurialism, but you may not realize, coming from your life experience, that that's driven by the fact that a lot of newcomers or people who come from her community weren't able to land jobs with traditional employment scenarios because they were being subjected to racism at the time. And to have my eyes open to something that is so glaringly obvious in retrospect demonstrates to me that if we bring different people from different backgrounds into the conversations, we're going to have healthier discussions and make better decisions. ਅਗਲੀ ਖਬਰ ਕਿ ਜੋ ਇੱਕ ਕੈਨੇਡਾ ਭਰ ਵਿੱਚ ਨੌਜਵਾਨ ਨੂੰ ਲੱਭਿਆ ਜਾ ਰਿਹਾ ਹੈ। 16 ਸਾਲ ਦਾ ਇਹ ਨੌਜਵਾਨ ਹੈ ਜਿਸ ਦੀ ਕਤਲ ਦੇ ਮਾਮਲੇ ਵਿੱਚ ਭਾਲ ਹੈ। ਕੈਨੇਡਾ ਭਰ ਵਿੱਚ 16 ਸਾਲ ਦੇ ਇਸ ਨੌਜਵਾਨ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਉੱਤੇ 20 ਸਾਲ ਦੀ ਲੜਕੀ ਦੇ ਕਤਲ ਦੇ ਇਲਜ਼ਾਮ ਨੇ। ਰਾਜਧਾਨੀ ਓਟਵਾ ਦੇ ਵਿੱਚ ਪਿਛਲੇ ਮਹੀਨੇ ਇਹ ਕਤਲ ਹੋਇਆ ਸੀ। ਦਰਅਸਲ ਕੈਨੇਡਾ ਵਿੱਚ ਜਿਵੇਂ ਕਿ ਨਾਬਾਲਗ ਨੌਜਵਾਨਾਂ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾਂਦਾ, ਪਰ ਜੱਜ ਨੇ ਇਸ ਦੀ ਇਜਾਜ਼ਤ ਦਿੱਤੀ ਹੈ ਕਿ 16 ਸਾਲਾ ਇਸਿਆ ਕਿਲਜਬੇਨ, ਜਿਸ ਦੀ ਕਿ ਤਸਵੀਰ ਤੇ ਨਾਲ ਹੀ ਨਾਮ ਨੂੰ ਜਨਤਕ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਹੁਣ ਕੈਨੇਡਾ ਭਰ ਵਿੱਚ ਲੱਭਿਆ ਜਾ ਰਿਹਾ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਕੋਲ ਹਥਿਆਰ ਵੀ ਹੋ ਸਕਦਾ ਹੈ, ਜਿਸ ਕਰਕੇ ਜੇਕਰ ਇਸ ਨੂੰ ਕੋਈ ਵੀ ਦੇਖਦਾ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ। ਦਰਅਸਲ ਪਿਛਲੇ ਮਹੀਨੇ ਸਾਹੂਰੀਏਰ ਨਾਮਕ 20 ਸਾਲਾ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਫਰਵਰੀ 21 ਦੇ ਦਿਨ ਉਸ ਦਾ ਕਤਲ ਹੋਇਆ, ਜਦੋਂ ਉਸ ਨੂੰ ਕਾਫੀ ਗੰਭੀਰ ਹਾਲਤ ਵਿੱਚ ਓਟਵਾ ਦੇ ਹਸਪਤਾਲ 'ਚ ਕੋਈ ਛੱਡ ਗਿਆ ਸੀ ਗੱਡੀ ਵਿੱਚ, ਤੇ ਉਸ ਤੋਂ ਬਾਅਦ ਗੱਡੀ ਲੈ ਕੇ ਡਰਾਈਵਰ ਉੱਥੇ ਤੋਂ ਚਲਿਆ ਗਿਆ ਸੀ। ਤੇ ਜਦੋਂ ਉਹ ਹਸਪਤਾਲ 'ਚ ਪਹੁੰਚੀ ਸੀ ਤਾਂ ਉਸ ਮੌਕੇ ਉਹ ਹੋਸ਼ ਵਿੱਚ ਨਹੀਂ ਸੀ, ਜਿਸ ਤੋਂ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਰਅਸਲ ਪੁਲਿਸ ਨੇ ਮਾਰਚ 1 ਨੂੰ ਇੱਕ ਵਾਹਨ ਦੀ ਪਛਾਣ ਕੀਤੀ। ਇਹ ਉਹੀ ਵਾਹਨ ਸੀ ਜਿਸ ਦੇ ਨਾਲ ਉਸ ਲੜਕੀ ਨੂੰ ਹਸਪਤਾਲ ਵਿੱਚ ਛੱਡਿਆ ਗਿਆ ਸੀ, ਜਿਸ ਤੋਂ ਬਾਅਦ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ 16 ਸਾਲਾ ਇਸ ਨੌਜਵਾਨ ਨੂੰ ਹੁਣ ਲੱਭਿਆ ਜਾ ਰਿਹਾ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 5 ਫੁੱਟ 9 ਇੰਚ ਦੇ ਕਰੀਬ ਇਸ ਦਾ ਕੱਦ ਹੈ, 130 ਪੌਂਡ ਦੇ ਨੇੜੇ ਭਾਰ ਹੈ ਤੇ ਇਹ ਐਨਕ ਵੀ ਪਾਉਂਦਾ ਹੈ, ਜਿਸ ਕਰਕੇ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਓਟਵਾ ਪੁਲਿਸ ਦੇ ਨਾਲ 613 236 1222 ਤੇ ਸੰਪਰਕ ਕੀਤਾ ਜਾ ਸਕਦਾ। ਅੱਗੇ ਐਕਸਟੈਂਸ਼ਨ 5477 ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।